ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਤਿਤ ਘਰ ਗਾਵਹੁ ਸੋਹਿਲਾ, ਸਿਵਰਹੁ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਾਓ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਆਂ ਨੇ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਸਤਸੰਗਤ ਦੀ ਦਾਤ ਬਖਸ਼ਿਸ਼ ਕੀਤੀ, ਉੱਥੇ ਉਸ ਦੇ ਨਾਲ ਨਾਲ ਅੰਮ੍ਰਿਤ ਬਾਣੀ ਦੀ ਦਾਤ ਵੀ ਬਖਸ਼ਿਸ਼ ਕੀਤੀ। ਸਤਸੰਗਤ ਉਹ ਕਿਲ੍ਹਾ ਹੈ ਜਿੱਥੇ ਆਉਣ ਦੇ ਨਾਲ ਅਸੀਂ ਬਹਿਰੂਨੀ ਤੇ ਅੰਦਰੂਨੀ ਦੋਵੇਂ ਕਿਸਮ ਦੇ ਦੁਸ਼ਮਣਾਂ ਤੋਂ ਨਿਡਰ ਹੋ ਜਾਂਦੇ ਹਾਂ। ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਉਹ ਹਥਿਆਰ ਹੈ, ਇੱਕ ਉਹ ਸ਼ਾਸਤਰ ਹੈ ਜਿਸ ਦੇ ਨਾਲ ਅਸੀਂ ਇਕੱਲੇ ਵੀ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਲਯੁਗ ਦੇ ਅੰਦਰ ਸਤਸੰਗਤ ਤੇ ਬਾਣੀ ਦੀ ਮਹਿਮਾ ਬੇਅੰਤ ਲਿਖੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਹਮੇਸ਼ਾ ਲਈ ਗੁਰੂ ਦੀ ਸੰਗਤ ਵਿੱਚ ਆਉਂਦੇ ਹਨ ਅਤੇ ਨਾਲ ਨਾਲ ਸਤਿਗੁਰੂ ਦੀ ਪਵਿੱਤਰ ਬਾਣੀ ਨਾਲ ਜੁੜਦੇ ਹਨ। ਉਹਨਾਂ ਨੂੰ ਸਤਿਗੁਰੂ ਵੱਲੋਂ
ਇੱਕ ਐਸੀ ਸ਼ਕਤੀ ਪ੍ਰਾਪਤ ਹੁੰਦੀ ਹੈ ਜਿਸ ਦੇ ਨਾਲ ਉਹ ਹਰ ਕਿਸਮ ਦੇ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਦੇ ਨਾਲ ਆਪ ਸੰਗਤਾਂ ਸਤ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹ ਸ਼ਬਦ ਸੋਹਿਲੇ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਗਿਆ ਹੈ, ਪਰ ਇੱਥੇ ਉਸ ਸ਼ਬਦ ਦੇ ਨਾਲੋਂ ਕੁਝ ਅੱਖਰਾਂ ਦੇ ਅਤੇ ਲਗ ਮਾਤਰਾ ਦੇ ਕੁਝ ਫਰਕ ਵੀ ਸਤਿਗੁਰੂ ਨੇ ਦਰਸਾਏ ਹਨ। ਸਿਧਾਂਤ ਇੱਕੋ ਹੀ ਹੈ, ਤਾਤ ਪਰਜ ਇੱਕੋ ਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਿਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੇ ਅੰਦਰ ਸਾਨੂੰ ਬੜੇ ਸੋਹਣੇ ਵਿਆਹ ਦੇ ਅਲੰਕਾਰ ਦੁਆਰਾ ਸਮਝਾਇਆ ਹੈ। ਜਿਸ ਘਰ ਦੇ ਵਿੱਚ ਵਿਆਹ ਹੁੰਦਾ ਹੈ, ਉਸ ਘਰ ਦੇ ਅੰਦਰ ਖੁਸ਼ੀ ਦੇ, ਕੀਰਤੀ ਦੇ ਗੀਤ ਗਾਏ ਜਾਂਦੇ ਹਨ। ਉਸ ਘਰ ਦੇ ਵਿੱਚ ਮਾਈਆਂ ਬੀਬੀਆਂ ਇਕੱਠੀਆਂ ਹੋ ਕੇ ਸੋਹਿਲੇ ਗਾਉਂਦੀਆਂ ਹਨ, ਖੁਸ਼ੀ ਦੇ ਛੰਤ ਗਾਉਂਦੀਆਂ ਹਨ। ਜਦੋਂ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ, ਉਸ ਵੇਲੇ ਉਹ ਬੀਬੀਆਂ ਸਿਰ 'ਤੇ ਤੇਲ ਵੀ ਚੜ੍ਹਾਉਂਦੀਆਂ ਹਨ। ਵਿਆਹ ਹੁੰਦਾ ਹੈ, ਬੀਬੀ ਆਪਣੇ ਸਹੁਰੇ ਘਰ ਪਤੀ ਨਾਲ ਚਲੀ ਜਾਂਦੀ ਹੈ। ਇਸ ਵਿਆਹ ਦੇ ਰੂਪਕ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦੇ ਮਿਲਾਪ ਦੀ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਦੇ ਰੂਪਕ ਦੇ ਵਿੱਚ ਵਰਣਨ ਕੀਤਾ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਜਿੰਨੀਆਂ ਵੀ ਜੀਵ ਆਤਮਾ ਨੇ, ਇਹ ਸਾਰੀਆਂ ਹੀ ਇਸਤਰੀਆਂ ਵਾਂਗ ਨੇ। ਇਹਨਾਂ ਦੇ ਜੀਵਨ ਦਾ ਮਨੋਰਥ ਇੱਕੋ ਹੀ ਹੈ, ਉਸ ਪਤੀ ਪਰਮਾਤਮਾ ਨੂੰ ਮਿਲਣਾ। ਕਿਉਂਕਿ ਹਰ ਇਸਤਰੀ ਉਸ ਵੇਲੇ ਹੀ ਸੁਹਾਗਣ ਬਣਦੀ ਹੈ ਜਦੋਂ ਉਹ ਪਤੀ ਨੂੰ ਮਿਲ ਜਾਵੇ। ਇਸੇ ਤਰ੍ਹਾਂ ਉਹ ਜੀਵ ਉਸ ਵੇਲੇ ਸੁਹਾਗਣ ਬਣਦਾ ਹੈ ਜਦੋਂ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਜਾਵੇ। ਹੁਣ ਉਸ ਮਿਲਾਪ ਨੂੰ ਕਰਨ ਦੇ ਲਈ ਸਾਨੂੰ ਕਰਨਾ ਕੀ ਚਾਹੀਦਾ ਹੈ, ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਚਾਨਣਾ ਪਾ ਰਹੇ ਹਨ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਾਉ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜੇ ਤੁਸੀਂ ਜੀਵਨ ਦੀ ਸਫਲਤਾ ਕਰਨਾ ਚਾਹੁੰਦੇ ਹੋ
ਤਾਂ ਤੁਸੀਂ ਉਸ ਮੇਰੇ ਨਿਰਭਉ ਸਰੂਪ ਸਰਵ ਸ਼ਕਤੀਮਾਨ ਦੀਨ ਦੁਨੀਆ ਦੇ ਮਾਲਕ ਪਤੀ ਪਰਮੇਸ਼ਰ ਦਾ ਸੋਹਿਲਾ ਗਾਓ। ਸੋਹਿਲੇ ਦਾ ਅਰਥ ਹੁੰਦਾ ਹੈ ਖੁਸ਼ੀ ਦਾ ਗੀਤ, ਜਿਸ ਦੇ ਅੰਦਰ ਪਤੀ ਦੀ ਪਰਮੇਸ਼ਰ ਦੀ ਸਿਫਤ ਕੀਤੀ ਜਾਵੇ। ਉਸ ਸਿਫਤ ਦੇ ਗੀਤ ਨੂੰ ਸੋਹਿਲਾ ਕਿਹਾ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗੁਰਮੁਖੋ, ਐ ਸਖੀਓ ਸਹੇਲੀਓ, ਤੁਸੀਂ ਸਾਰੇ ਹੀ ਰਲ ਕੇ ਉਸ ਮੇਰੇ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ, ਭਾਵ ਦੀ ਸਿਫਤ ਦਾ ਗੀਤ ਗਾਓ, ਗੁਰਬਾਣੀ ਦਾ ਕੀਰਤਨ ਕਰੋ। ਹਉ ਵਾਰੀ ਜਾਉ, ਹਜ਼ੂਰ ਕਹਿੰਦੀ ਅਸੀਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਤ ਸੋਹਿਲਾ ਸਦਾ ਸੁਖ ਹੋਏ। ਜਿਸ ਸੋਹਿਲੇ ਦੇ ਗਾਉਣ ਦੇ ਨਾਲ ਸਾਨੂੰ ਸदैवी ਸੁਹਾਗ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। ਅਸੀਂ ਉਸ ਕੀਰਤਨ ਤੋਂ, ਉਸ ਪ੍ਰਭੂ ਦੀ ਸਿਫਤ ਸਲਾਹ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਸਤਿਗੁਰੂ ਨੇ ਕੀਰਤਨ ਨੂੰ ਨਿਰਮੋਲਕ ਹੀਰਾ ਵੀ ਦੱਸਿਆ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਇਸੇ ਕੀਰਤਨ ਨੂੰ ਕਲਯੁਗ ਦਾ ਪ੍ਰਧਾਨ ਸਾਧਨ ਵੀ ਸਤਿਗੁਰੂ ਨੇ ਲਿਖਿਆ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਅਥਵਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਹਜ਼ੂਰ ਕਹਿੰਦੇ ਨੇ ਕੀਰਤਨ ਦੁਆਰਾ ਹੀ ਪ੍ਰਭੂ ਦੇ ਸੁਹਾਗ ਦਾ ਸੁਖ ਪ੍ਰਾਪਤ ਹੁੰਦਾ ਹੈ, ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਇਸੇ ਲਈ ਅਸੀਂ ਉਸ ਸੋਹਿਲੇ ਤੋਂ, ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਤੋਂ, ਉਸ ਕੀਰਤਨ ਭਗਤੀ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਆਰੰਭ ਕਰਦੇ ਹਨ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਉੱਥੇ ਕੇਵਲ ਗੌੜੀ ਦੀਪਕੀ ਹੀ ਲਿਖਿਆ ਹੈ, ਪਰ ਇੱਥੇ ਨਾਲ ਪੂਰਬੀ ਦਾ ਵੀ ਜ਼ਿਕਰ ਕੀਤਾ ਹੈ। ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਤੇ ਨਾਲ ਹੀ ਗੌੜੀ ਰਾਗ ਦੀ ਦੀਪਕੀ ਇਹ ਦੂਸਰੀ ਜਾਤੀ ਹੈ। ਇਹਦੇ ਵਿੱਚ ਹਜ਼ੂਰ ਨੇ ਇਹ ਸ਼ਬਦ ਉਚਾਰਨ ਕੀਤਾ। ਅਥਵਾ ਗੌੜੀ ਰਾਗ ਦੀ ਪੂਰਬੀ ਤੇ ਦੀਪਕੀ ਦੋਹਾਂ ਜਾਤੀਆਂ ਦੇ ਵਿੱਚ ਇਹ ਮਿਸ਼ਰਤ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲਾਚਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ। ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੀ ਸਿੱਖਿਆ ਆਰੰਭ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੈ ਘਰ, ਜਿਸ ਘਰ ਦੇ ਅੰਦਰ ਕੀਰਤ ਆਖੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਭਾਵ ਉਸ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕਰਤੇ ਕਾ ਹੋਏ ਵਿਚਾਰੋ, ਤੇ ਉਸ ਕਰਤਾ ਪੁਰਖ ਵਾਹਿਗੁਰੂ ਦਾ ਵਿਚਾਰ ਵੀ ਕੀਤਾ ਜਾਂਦਾ ਹੈ। ਇੱਕ ਪਾਸੇ ਵਾਹਿਗੁਰੂ ਦੀ ਸਿਫਤ ਸਲਾਹ ਹੈ, ਦੂਸਰੇ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਵੀ ਕੀਤੀ ਜਾਂਦੀ ਹੈ। ਉਹ ਘਰ ਕਿਹੜਾ ਹੈ?
ਉਹ ਘਰ ਹੈ ਗੁਰੂ ਦੀ ਸੰਗਤ, ਜਿੱਥੇ ਬੈਠ ਕੇ ਅਸੀਂ ਵਾਹਿਗੁਰੂ ਦਾ ਜਸ ਵੀ ਕਰਦੇ ਹਾਂ ਤੇ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਵਿਚਾਰ ਵੀ ਕਰਦੇ ਹਾਂ। ਇਹ ਸਤਸੰਗਤ ਰੂਪੀ ਘਰ ਦੇ ਵਿੱਚ ਬੈਠ ਕੇ ਸਾਨੂੰ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤੇ ਨਾਲ ਹੀ ਉਸ ਕਰਤਾ ਪੁਰਖ ਵਾਹਿਗੁਰੂ ਦੀ ਕਥਾ ਵਿਚਾਰ ਵੀ ਕਰਨੀ ਚਾਹੀਦੀ ਹੈ। ਤਿਤ ਘਰ ਗਾਵੋ ਸੋਹਿਲਾ, ਸਿਵ ਰਹੋ ਸਿਰਜਣਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਸਤਸੰਗਤ ਰੂਪੀ ਘਰ ਦੇ ਵਿੱਚ ਬੈਠ ਕੇ ਗਾਵੋ ਸੋਹਿਲਾ, ਤੁਸੀਂ ਉਸ ਕਰਤਾ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ। ਸੋਹਿਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਮੰਗਲਮਈ ਗੀਤ, ਜਿਹਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਹੋਵੇ। ਭਾਵ ਹੈ ਗੁਰਬਾਣੀ ਦਾ ਕੀਰਤਨ। ਤਿਤ ਕਰ ਗਾਵੋ ਸੋਹਿਲਾ, ਤੁਸੀਂ ਉਸ ਸਤਸੰਗਤ ਰੂਪੀ ਘਰ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਕੀਰਤਨ ਕਰੋ। ਸਿਵਰਹੁ ਸਿਰਜਣਹਾਰੋ, ਤੇ ਨਾਲ ਹੀ ਉਹ ਸਿਰਜਣਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਸਿਵਰਹੁ ਦਾ ਅਰਥ ਹੈ ਸਿਮਰੋ ਵੀ, ਭਾਵ ਉਸ ਦਾ ਸਿਮਰਨ ਵੀ ਕਰੋ। ਇੱਕ ਪਾਸੇ ਵਾਹਿਗੁਰੂ ਦਾ ਜਸ ਕਰਨਾ ਹੈ, ਦੂਸਰੇ ਪਾਸੇ ਉਸ ਸਿਰਜਣਹਾਰ ਦਾ ਸਿਮਰਨ ਵੀ ਕਰੋ। ਕੀਰਤਨ ਦੇ ਨਾਲ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ। ਇਹ ਜੀਵਨ ਦੀ ਸਫਲਤਾ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹਨ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਾਓ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੰਦੇ ਹਨ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਐ ਗੁਰਮੁਖੋ, ਜਗਿਆਸੂਓ, ਸਖੀਓ, ਸਹੇਲੀਓ, ਤੁਸੀਂ ਸਾਰੇ ਹੀ ਰਲ ਮਿਲ ਕੇ ਉਸ ਮੇਰੇ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ, ਉਹਦਾ ਮੰਗਲਮਈ ਗੀਤ ਗਾਓ, ਭਾਵ ਗੁਰਬਾਣੀ ਦਾ ਕੀਰਤਨ ਕਰੋ। ਹਉ ਵਾਰੀ ਜਾਉ, ਮੈਂ ਉਸ ਤੋਂ ਸਦਕੇ ਜਾਨਾ ਹਾਂ, ਮੈਂ ਉਸ ਤੋਂ ਬਲਿਹਾਰ ਜਾਨਾ ਹਾਂ, ਮੈਂ ਉਸ ਤੋਂ ਕੁਰਬਾਨ ਵੀ ਜਾਨਾ ਹਾਂ। ਜਿਤ ਸੋਹਿਲਾ ਸਦਾ ਸੁਖ ਹੋਏ, ਜਿਸ ਸੋਹਿਲੇ ਦੁਆਰਾ ਰੱਬੀ ਸਿਫਤ ਸਲਾਹ ਦੁਆਰਾ ਵਾਹਿਗੁਰੂ ਦੀ ਕੀਰਤਨ ਭਗਤੀ ਦੁਆਰਾ ਸਾਨੂੰ ਸदैवी ਸੁਖ ਵਾਹਿਗੁਰੂ ਦੇ ਮਿਲਾਪ ਦਾ ਪ੍ਰਾਪਤ ਹੋ ਜਾਂਦਾ ਹੈ। ਮੈਂ ਉਸ ਕੀਰਤਨ ਤੋਂ, ਉਸ ਰੱਬੀ ਸੋਹਿਲੇ ਤੋਂ ਬਲਿਹਾਰ ਜਾਨਾ ਹਾਂ। ਨਿਤ ਨਿਤ ਜੀੜੇ ਸੰਭਾਲੀਨ, ਦੇਖੇਗਾ ਦੇਵਨਹਾਰ। ਕਈ ਵਾਰੀ ਜੀਵ ਦੇ ਮਨ ਦੇ ਵਿੱਚ ਇਹ ਸ਼ੰਕਾ ਵੀ ਪੈਦਾ ਹੋ ਜਾਂਦੀ ਹੈ, ਬਈ ਠੀਕ ਹੈ, ਅਸੀਂ ਸਤਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਸੋਹਿਲਾ ਹਰੀ ਜਸ ਵੀ ਕਰੀਏ ਤੇ ਪ੍ਰਭੂ ਦਾ ਸਿਮਰਨ ਵੀ ਕਰੀਏ, ਪਰ ਪਤਾ ਨਹੀਂ ਸਾਡੀ ਇੱਛਾ, ਸਾਡੀ ਲੋੜ ਵਾਹਿਗੁਰੂ ਪੂਰੀ ਕਰੇਗਾ ਜਾਂ ਨਹੀਂ। ਸਾਡੇ ਮਨ ਦੇ ਵਿੱਚ ਇਹ ਭਰਮ ਬਣਿਆ ਰਹਿੰਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਭਰਮ ਦੂਰ ਕਰਦੇ ਹਨ। ਨਿਤ ਨਿਤ ਜੀੜੇ ਸੰਭਾਲੀਆਂ। ਸਤਿਗੁਰੂ ਕਹਿੰਦੇ ਨੇ, ਇਹ ਜੀੜੇ, ਇਹ ਜੀਵ ਆਤਮਾ, ਇਹ ਇਨਸਾਨ, ਤੂੰ ਨਿਤ ਨਿਤ ਦਾ ਅਰਥ ਹੈ ਰੋਜ਼ ਰੋਜ਼, ਹਮੇਸ਼ਾ ਹਮੇਸ਼ਾ ਸੰਭਾਲੀਆਂ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ। ਤੂੰ ਰੋਜ਼ ਰੋਜ਼ ਸਤਸੰਗਤ ਵਿੱਚ ਜਾ, ਉੱਥੇ ਬੈਠ ਕੇ ਵਾਹਿਗੁਰੂ ਦਾ ਜਸ ਕਰ ਤੇ ਨਾਲ ਉਹਦਾ ਸਿਮਰਨ ਵੀ ਕਰ। ਦੇਖੇਗਾ ਦੇਵਨਹਾਰ, ਉਹ ਦੇਣ ਵਾਲਾ ਦਾਤਾ ਤੇਰੇ ਵੱਲ ਵੀ ਸਵੱਲੀ ਨਜ਼ਰ ਨਾਲ ਦੇਖੇਗਾ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਬਿਰਦ ਹੈ। ਜਿਹੜਾ ਵੀ ਮਨੁੱਖ ਸਤਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦਾ ਸੋਹਿਲਾ ਗਾਉਂਦਾ ਹੈ ਤੇ ਨਾਲ ਸਿਮਰਨ ਵੀ ਕਰਦਾ ਹੈ, ਉਹਦੇ ਉੱਤੇ ਇੱਕ ਨਾ ਇੱਕ ਦਿਨ ਜ਼ਰੂਰ ਤਰੁੱਠਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸਤਸੰਗਤ ਉਹ ਸਥਾਨ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਪ੍ਰਤੱਖ ਵਸ ਰਿਹਾ ਹੈ। ਇਸੇ ਲਈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਭਾਨ ਕਰਨ ਠਰੂਰ ਹੈ,
ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਇਹ ਸਤਸੰਗਤ ਉਹ ਸਥਾਨ ਹੈ ਜਿੱਥੇ ਰੱਬ ਦਾ ਨੂਰ ਤੇ ਜ਼ਹੂਰ ਗੁਰਬਾਣੀ ਦੇ ਰੂਪ ਦੇ ਵਿੱਚ ਸਾਨੂੰ ਪ੍ਰਤੱਖ ਦੇਖਣ ਨੂੰ ਮਿਲ ਰਿਹਾ ਹੈ। ਹਜ਼ੂਰ ਕਹਿੰਦੇ ਨੇ, ਐ ਜੀੜੇ ਤੂੰ ਵੀ ਨਿਤ ਨਿਤ ਵਾਹਿਗੁਰੂ ਨੂੰ ਯਾਦ ਕਰ। ਉਹ ਦੇਣ ਵਾਲਾ ਦਾਤਾ ਤੇਰੇ ਵੱਲ ਵੀ ਮਿਹਰ ਦੀ ਨਿਗਾਹ ਨਾਲ ਤੱਕੇਗਾ। ਤੇਰੇ ਦਾਨੈ ਕੀਮਤ ਨਾ ਪਵੈ, ਤਿਸੋ ਦਾਤੇ ਕਵਣ ਸੁਮਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਹੌਸਲਾ ਦਿੰਦੇ ਨੇ, ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਵਾਹਿਗੁਰੂ ਇੰਨੀਆਂ ਦਾਤਾਂ ਦੇਵੇਗਾ, ਤੇਰੇ ਦਾਨੈ ਕੀਮਤ ਨਾ ਪਵੇ। ਤੇਰੇ ਪਾਸੋਂ ਉਸ ਪਰਮੇਸ਼ਰ ਦੇ ਦਿੱਤੇ ਦਾਨ ਦੀ ਕੀਮਤ ਪੈ ਹੀ ਨਹੀਂ ਸਕਦੀ। ਉਹ ਇੰਨਾ ਦੇਵੇਗਾ ਤੇਰੇ ਪਾਸੋਂ ਸੰਭਾਲਿਆ ਵੀ ਨਹੀਂ ਜਾਣਾ, ਕਿਉਂਕਿ ਉਹ ਦਾਤਾ ਬੜਾ ਦਿਆਲੂ ਹੈ। ਜੀਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਤਨਾ ਵੱਡਾ ਉਹ ਦਾਤਾ ਹੈ, ਉਨੀਆਂ ਵੱਡੀਆਂ ਉਹਦੀਆਂ ਦਾਤਾਂ ਵੀ ਹਨ। ਬਾਬਾ ਫਰੀਦ ਜੀ 12 ਸਾਲ ਮਹਾਨ ਤਪੱਸਿਆ ਕਰਕੇ ਆਪਣੇ ਘਰ ਆਏ। ਮਾਤਾ ਦੇ ਮਨ ਦੇ ਵਿੱਚ ਫੁਰਨਾ ਹੋਇਆ, ਮੇਰਾ ਪੁੱਤਰ ਭਗਤੀ ਕਰਕੇ ਬਹੁਤ ਦੇਰ ਬਾਅਦ ਮੇਰੇ ਘਰ ਆਇਆ ਹੈ। ਜੇ ਅੱਜ ਪਰਮੇਸ਼ਰ ਮੈਨੂੰ ਪਾਈਆ ਕੁ ਖੰਡ ਤੇ ਪਾਈਆ ਕੁ ਘਿਓ ਦੇ ਦੇਵੇ, ਮੈਂ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰ ਦੇਵਾਂ। ਮਨ ਦੇ ਵਿੱਚ ਫੁਰਨਾ ਕੀਤਾ। ਬਾਬਾ ਫਰੀਦ ਜੀ ਬਾਹਰ ਭਗਤੀ ਕਰਨ ਵਾਸਤੇ ਚਲੇ ਗਏ। ਮਾਤਾ ਨੇ ਬਾਅਦ ਵਿੱਚ ਫੁਰਨਾ ਕਰ ਲਿਆ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕੀਤਾ। ਉਹ ਬਾਬਾ ਫਰੀਦ ਜੀ ਦੇ ਘਰ ਆਇਆ ਤੇ ਆ ਕੇ ਬਹੁਤ ਸਾਰੀਆਂ ਖੰਡ ਦੀਆਂ ਬੋਰੀਆਂ, ਖੰਡ ਦੇ ਬੈਗ ਅਤੇ ਨਾਲ ਹੀ ਦੇਸੀ ਘਿਓ ਦੇ ਟੀਨ ਤੇ ਹੋਰ ਬਹੁਤ ਸਾਰੀ ਸਮੱਗਰੀ ਬਾਬਾ ਫਰੀਦ ਜੀ ਦੇ ਘਰ ਲਿਆ ਕੇ ਰੱਖ ਦਿੱਤੀ ਤੇ ਨਾਲ ਹੀ ਇਹ ਆਖਿਆ, ਔਰ ਇਹ ਜੋ ਵਸਤੂਆਂ ਅਸੀਂ ਲੈ ਕੇ ਆਏ ਹਾਂ, ਇਹ ਸਾਰੀਆਂ ਹੀ ਸੰਗਤ ਦੇ ਲੇਖੇ ਲਾ ਦੇਣੀਆਂ। ਇੰਨਾ ਕਹਿ ਕੇ ਉਹ ਸ਼ਾਹੂਕਾਰ ਚਲਾ ਗਿਆ। ਬਾਅਦ ਵਿੱਚ ਬਾਬਾ ਫਰੀਦ ਜੀ ਆਪਣੇ ਘਰ ਆਏ ਤੇ ਆਪਣਾ ਘਰ ਖੰਡ, ਘਿਓ, ਰਸਤਾਂ ਬਸਤਾਂ ਦੇ ਨਾਲ ਭਰਿਆ ਹੋਇਆ ਵੇਖ ਕੇ ਪੁੱਛਣ ਲੱਗੇ, ਮਾਤਾ ਆ ਇੰਨਾ ਰਾਸ਼ਨ ਪਾਣੀ ਕਿੱਥੋਂ ਆਇਆ ਹੈ? ਤਾਂ ਉਸ ਵੇਲੇ ਮਾਤਾ ਨੇ ਆਖਿਆ, ਕਹਿਣ ਲੱਗੀ, ਫਰੀਦ ਜੀ ਮੈਂ ਤੇ ਰੱਬ ਤੋਂ ਕੇਵਲ 1 ਪਾਈਆ ਘਿਓ ਤੇ 1 ਪਾਈਆ ਖੰਡ ਮੰਗੀ ਸੀ, ਪਰ ਉਸਨੇ ਮਣਾ ਮੂੰਹ ਹੀ ਭੇਜ ਦਿੱਤਾ ਹੈ। ਤਾਂ ਉਸ ਵੇਲੇ ਬਾਬਾ ਫਰੀਦ ਜੀ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਚਲੇ ਗਏ। ਕਹਿਣ ਲੱਗੇ, ਮਾਤਾ ਜਿਤਨਾ ਵੱਡਾ ਉਹ ਦਾਤਾ ਹੈ, ਉਤਨੇ ਵੱਡੇ ਹੀ ਉਹਦੇ ਪਾਈਏ ਨੇ, ਉਤਨੀਆਂ ਵੱਡੀਆਂ ਹੀ ਉਹਦੀਆਂ ਦਾਤਾਂ ਨੇ। ਇਸ ਲਈ ਤੂੰ ਪਾਈਆ ਮੰਗਿਆ ਸੀ, ਉਹ ਦਾਤਾ ਇਤਨਾ ਵੱਡਾ ਹੈ, ਉਹਦੇ ਪਾਈਏ ਵੀ ਵੱਡੇ ਨੇ। ਇਸ ਲਈ ਉਹਨੇ ਬੇਅੰਤ ਦਾਤਾਂ ਤੈਨੂੰ ਬਖਸ਼ਿਸ਼ ਕੀਤੀਆਂ ਨੇ। ਇਸ ਲਈ ਉਹ ਪਰਮਾਤਮਾ ਤੇ ਇੰਨਾ ਦਿਆਲੂ ਹੈ, ਉਹ ਤੇ ਬਿਨਾਂ ਮੰਗਿਆਂ ਵੀ ਸਭ ਕੁਝ ਸਾਨੂੰ ਦੇ ਹੀ ਜਾਂਦਾ ਹੈ। ਪਰ ਜੇ ਕੋਈ ਮੰਗ ਲਵੇ ਤੇ ਫਿਰ ਨਾਲ ਵਾਹਿਗੁਰੂ ਦਾ ਸਿਮਰਨ ਕਰੇ, ਫਿਰ ਤੇ ਇੰਨਾ ਦਿਆਲ ਹੋ ਜਾਂਦਾ ਹੈ, ਉਹਨੂੰ ਇੰਨਾ ਕੁਛ ਦੇ ਦਿੰਦਾ ਹੈ, ਕਿਸੇ ਗੱਲ ਦੀ ਕਮੀ ਹੀ ਨਹੀਂ ਰਹਿਣ ਦਿੰਦਾ। ਸਤਿਗੁਰੂ ਦੇ ਬਚਨ ਹੈ, ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਰਿੱਧੀਆਂ ਸਿੱਧੀਆਂ ਸਭ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਮਾਇਆ ਦਾਸੀ ਬਣ ਕੇ ਮਹਾਂਪੁਰਖਾਂ ਦੀ ਸੇਵਾ ਲਈ ਹਾਜ਼ਰ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਜੀਵ ਵਾਹਿਗੁਰੂ ਇੰਨਾ ਦਾਨ ਤੈਨੂੰ ਦੇਵੇਗਾ, ਤੇਰੇ ਦਾਨਾਂ ਕੀਮਤ ਨਾ ਪਵੇ। ਤੇਰੇ ਪਾਸੋਂ ਉਸਦੇ ਦਾਨ ਦੀ ਕੀਮਤ ਹੀ ਨਹੀਂ ਪੈ ਸਕਦੀ। ਤਿਸ ਦਾਤੇ ਕਵਣ ਸੁਮਾਰ। ਫਿਰ ਉਸ ਦਾਤੇ ਦਾ ਸ਼ੁਮਾਰ ਕੌਣ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਉਸ ਦੀਆਂ ਦਾਤਾਂ ਹੀ ਇੰਨੀਆਂ ਮਹਾਨ ਨੇ। ਤੁਸੀਂ ਥੋੜ੍ਹਾ ਜਿਹਾ ਧਿਆਨ ਲਾ ਕੇ ਦੇਖੋ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਵੇਲੇ ਕੋਈ ਖੁਰਾਕ ਬਾਹਰੋਂ ਨਹੀਂ ਜਾਂਦੀ। ਦੇਖ ਲਓ, ਉਹ ਅਕਾਲ ਪੁਰਖ ਵਾਹਿਗੁਰੂ ਮਾਤਾ ਦੇ ਗਰਭ ਦੇ ਵਿੱਚ ਵੀ ਬੱਚੇ ਨੂੰ ਰਿਜ਼ਕ ਦੇ ਦਿੰਦਾ ਹੈ।
ਚਾਹੇ ਕਿਸੇ ਢੰਗ ਦੇ ਨਾਲ ਦਿੰਦਾ ਪਰ ਉੱਥੇ ਵੀ ਪਹੁੰਚਾ ਦਿੰਦਾ। ਜਦੋਂ ਬੱਚਾ ਜਨਮ ਲੈਂਦਾ ਕੋਈ ਹੋਰ ਪਦਾਰਥ ਨਹੀਂ ਖਾ ਸਕਦਾ, ਉਹਦੇ ਲਈ ਮਾਤਾ ਦੇ ਅਸਥਾਨਾਂ ਵਿੱਚੋਂ ਦੁੱਧ ਪੈਦਾ ਕਰ ਦਿੰਦਾ। ਉਹ ਦੁੱਧ ਬੱਚੇ ਦੀ ਖੁਰਾਕ ਜੰਮਦਿਆਂ ਸਾਰ ਉਸ ਨੂੰ ਮਿਲ ਜਾਂਦੀ। ਇਹ ਵਾਹਿਗੁਰੂ ਦਾਤੇ ਦੇ ਕੁਝ ਕ੍ਰਿਸ਼ਮੇ ਨੇ। ਜਿਵੇਂ ਜਿਵੇਂ ਜੀਵ ਵੱਡਾ ਹੁੰਦਾ ਜਾਂਦਾ ਹੈ ਤੇ ਫਿਰ ਇੰਨੇ ਪਦਾਰਥ ਖਾਣ ਵਾਸਤੇ, ਪਹਿਨਣ ਵਾਸਤੇ ਤੇ ਹੋਰ ਸੁੱਖ ਦੇ ਸਾਧਨ ਇੰਨੇ ਦੇ ਦਿੰਦਾ, ਆਦਮੀ ਵਰਤਦਾ ਮੁੱਕ ਜਾਂਦਾ ਹੈ, ਪਰ ਉਹਦੇ ਪਦਾਰਥ ਨਹੀਂ ਮੁੱਕਦੇ, ਦਾਨ ਨਹੀਂ ਮੁੱਕਦਾ। ਬੰਦਾ ਮੁੱਕ ਜਾਂਦਾ ਹੈ ਪਰ ਵਾਹਿਗੁਰੂ ਦੀਆਂ ਦਾਤਾਂ ਨਹੀਂ ਮੁੱਕਦੀਆਂ। ਇਸ ਲਈ ਉਹ ਦਾਤੇ ਦਾ ਸ਼ੁਮਾਰ ਕੌਣ ਕਰ ਸਕਦਾ ਹੈ? ਹਜ਼ੂਰ ਕਹਿੰਦੇ ਤੇਰੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਅਥਵਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਇਹ ਜੀਵ ਜਿੱਥੇ ਰੋਜ਼ ਰੋਜ਼ ਹੋਰ ਜੀੜੇ ਦਾ ਅਰਥ ਹੈ ਜੀਵਾਂ ਨੂੰ ਸੰਭਾਲਿਆ ਜਾਂਦਾ, ਭਾਵ ਜਿੱਥੇ ਵਾਹਿਗੁਰੂ ਹੋਰ ਬੇਅੰਤ ਜੀਵਾਂ ਦੀ ਖਬਰਸਾਰ ਲੈਂਦਾ ਹੈ, ਤੂੰ ਉਹਦੇ ਉੱਤੇ ਭਰੋਸਾ ਰੱਖ। ਦੇਖੇਗਾ ਦੇਵਨਹਾਰ, ਉਹ ਤੇਰੇ ਵੱਲ ਵੀ ਮਿਹਰ ਦੀ ਨਿਗਾਹ ਨਾਲ ਵੇਖੇਗਾ, ਤੇਰੇ ਦਾਨਾਂ ਕੀਮਤ ਨਾ ਪਵੈ। ਹਜ਼ੂਰ ਕਹਿੰਦੇ ਨੇ, ਹੈ ਜੀਵ ਤੇਰੇ ਪਾਸੋਂ ਤਾਂ ਉਸ ਵਾਹਿਗੁਰੂ ਦੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਜਿਹੜੀਆਂ ਦਾਤਾਂ ਵਾਹਿਗੁਰੂ ਨੇ ਸਾਨੂੰ ਬਖਸ਼ੀਆਂ ਨੇ, ਕੋਈ ਉਹਦਾ ਮੁੱਲ ਕਿਸੇ ਨੇ ਦਿੱਤਾ ਹੈ? ਸਭ ਤੋਂ ਪਹਿਲੀ ਗੱਲ ਸੋਚਣ ਵਾਲੀ ਇਹ ਹੈ, ਉਸ ਅਕਾਲ ਪੁਰਖ ਨੇ ਸਾਨੂੰ ਇਹ ਸਰੀਰ ਦਿੱਤਾ ਹੈ। ਇਹ ਸਰੀਰ ਦੇ ਅੰਗ ਕਿੰਨੇ ਅਮੋਲਕ ਨੇ, ਕਦੇ ਇਹਦੇ ਬਾਰੇ ਮਨੁੱਖ ਨੇ ਸੋਚਿਆ ਹੈ? ਇੱਕ ਉਂਗਲ ਕੱਟੀ ਜਾਵੇ, ਇੱਕ ਪੈਰ ਕੱਟਿਆ ਜਾਵੇ, ਉਦੋਂ ਉਹਦੀ ਕੀਮਤ ਦਾ ਪਤਾ ਲੱਗਦਾ। ਕਿਸੇ ਦੀ ਅੱਖ ਚਲੀ ਜਾਵੇ, ਕਿਸੇ ਨੂੰ ਸੁਣਨੋਂ ਬੰਦ ਹੋ ਜਾਵੇ, ਫਿਰ ਉਸ ਦੀ ਦਾਤ ਦਾ ਪਤਾ ਲੱਗਦਾ। ਕਿਸੇ ਦੀ ਜਾਨ ਚਲੀ ਜਾਵੇ, ਫਿਰ ਪਤਾ ਲੱਗਦਾ ਜੀਵਨ ਕਿੰਨਾ ਅਮੋਲਕ ਸੀ। ਪਰ ਵਾਹਿਗੁਰੂ ਨੇ ਕੁਛ ਲਿਆ ਹੈ, ਸਾਨੂੰ ਦਿੱਤਾ ਹੀ ਦਿੱਤਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਜੀਵ ਤੇਰੇ ਪਾਸੋਂ ਤਾਂ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ, ਉਸ ਦਾਤੇ ਦਾ ਸ਼ੁਮਾਰ ਤੂੰ ਕੀ ਪਾ ਸਕਦਾ ਹੈ? ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਵੇਂ ਵਿਆਹ ਵਾਲੇ ਘਰ ਦੇ ਵਿੱਚ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਨੇ, ਉਹ ਸਾਰਾ ਰੂਪਕ ਦੱਸ ਕੇ ਜਦੋਂ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ, ਫਿਰ ਇੱਕ ਸਾਡੀ ਸਮਾਜਿਕ ਰੀਤ ਹੈ, ਜਿਸ ਬੀਬੀ ਦਾ ਵਿਆਹ ਹੋਣਾ ਹੁੰਦਾ ਹੈ ਤੇ ਜਿਹੜੀਆਂ ਉਸਦੀਆਂ ਹੋਰ ਸਖੀਆਂ ਸਹੇਲੀਆਂ ਨੇ, ਉਹ ਉਹਦੇ ਸਿਰ ਦੇ ਵਿੱਚ ਸਰੋਂ ਦਾ ਤੇਲ ਪਾਉਂਦੀਆਂ ਨੇ। ਹਜ਼ੂਰ ਕਹਿੰਦੇ ਨੇ, ਸੰਬਤ ਸਾਹਾ ਲਿਖਿਆ। ਸੰਬਤ ਦਾ ਅਰਥ ਹੈ ਉਹ ਸਾਲ, ਤੇ ਸਾਹਾ ਉਹ ਦਿਨ ਵੀ ਲਿਖਿਆ ਗਿਆ ਹੈ ਜਿਸ ਦਿਨ ਉਸ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਹੋਣਾ। ਮਿਲ ਕਰ ਪਾਵੋ ਤੇਲ। ਇਸ ਲਈ ਐ ਸਖੀਓ ਸਹੇਲੀਓ, ਸ਼ਰਧਾ ਭਗਤੀ ਵਾਲਿਓ ਗੁਰਮੁਖੋ, ਤੁਸੀਂ ਮਿਲ ਕੇ ਮੇਰੇ ਸਿਰ ਵਿੱਚ ਤੇਲ ਪਾ ਦਿਓ। ਕਿਹੜਾ ਤੇਲ ਪਾਉਣਾ ਹੈ? ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਦਾ ਤੇਲ ਮੇਰੇ ਸਿਰ ਦੇ ਵਿੱਚ ਪਾ ਦਿਓ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਲ ਇਹ ਵੀ ਕਹਿਣਾ ਹੈ, ਐ ਸਾਡੇ ਸੱਜਣੋ, ਮਿੱਤਰੋ, ਦੋਸਤੋ, ਤੁਸੀਂ ਵੀ ਸਾਨੂੰ ਇਹ ਆਸੀਸਾਂ ਦੇਵੋ, ਸਾਨੂੰ ਇਹ ਮਿੱਠੀਆਂ ਮੁਬਾਰਕਾਂ ਦਿਓ, ਵਧਾਈਆਂ ਦਿਓ। ਜਿਉਂ ਹੋਵੇ ਸਾਹਿਬ ਸਿਉ ਮੇਲ, ਜਿਸ ਦਾ ਸਦਕਾ ਸਾਡਾ ਉਹ ਸਾਹਿਬ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ। ਕਿਉਂਕਿ ਜਦੋਂ ਕਿਸੇ ਬੀਬੀ ਦਾ ਵਿਆਹ ਹੋਣਾ ਹੋਵੇ ਤਾਂ ਉਸ ਵੇਲੇ ਸਖੀਆਂ ਸਹੇਲੀਆਂ ਖੁਸ਼ੀ ਦੇ ਗੀਤ ਵੀ ਗਾਉਂਦੀਆਂ ਤੇ ਫਿਰ ਉਹਦੇ ਸਿਰ ਵਿੱਚ ਤੇਲ ਵੀ ਪਾਉਂਦੀਆਂ ਨੇ। ਇਹ ਇੱਕ ਸ਼ਗਨ ਮੰਨਿਆ ਜਾਂਦਾ। ਤੇ ਨਾਲ ਉਹ ਬੀਬੀ ਵਿਆਹ ਵਾਲੀ ਕਹਿੰਦੀ ਹੈ ਆਪਣੀਆਂ ਸਖੀਆਂ ਸਹੇਲੀਆਂ ਨੂੰ, ਤੁਸੀਂ ਮੈਨੂੰ ਆਸੀਸ ਦਿਓ, ਹੁਣ ਮੇਰਾ ਪਤੀ ਨਾਲ ਮਿਲਾਪ ਹੋ ਜਾਵੇ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਨੂੰ ਵੀ ਜਦੋਂ ਸਤਸੰਗਤ ਵਿੱਚ ਬੈਠ ਕੇ ਉਹ ਕੀਰਤਨ ਕਰੇ ਤਾਂ ਹੋਰ ਜਿਹੜੇ ਗੁਰਮੁਖ ਜਗਿਆਸੂ ਮਹਾਂਪੁਰਖ ਨੇ ਉਹਨਾਂ ਨੂੰ ਆਖੇ, ਤੁਸੀਂ ਮੈਨੂੰ ਆਸੀਸ ਦਿਓ
ਵੀ ਜਿਸ ਕਰਕੇ ਮੇਰਾ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਘਰ ਘਰ ਇਹੋ ਪਹੁੰਚਾ, ਵੀ ਘਰਾਂ ਘਰਾਂ ਦੇ ਵਿੱਚ ਪਹੁੰਚਾ ਦਾ ਅਰਥ ਹੈ ਇਹ ਜਿਹੜਾ ਵਿਆਹ ਦਾ ਨਿਉਂਦਾ, ਵਿਆਹ ਦਾ ਸੱਦਾ ਪਹੁੰਚ ਰਿਹਾ ਹੈ। ਤੇ ਸਦੜੇ ਨਿਤ ਪਵਨ, ਤੇ ਰੋਜ਼ ਰੋਜ਼ ਸਾਨੂੰ ਸੱਦੇ ਵੀ ਪੈ ਰਹੇ ਨੇ। ਇਹਦਾ ਮਤਲਬ ਇਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਜਦੋਂ ਘੜੀ ਨੇੜੇ ਆਉਂਦੀ ਹੈ ਤਾਂ ਜਿਹੜੇ ਹੋਰ ਗੁਰਮੁਖ ਜਨ ਹਨ ਵਾਹਿਗੁਰੂ ਦੀਆਂ ਸੁਹਾਗਣਾਂ ਵਾਂਗ, ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਖੁਸ਼ੀ ਦਾ ਸੱਦਾ ਆਉਂਦਾ ਹੈ ਬਈ ਤੁਸੀਂ ਵੀ ਇਸ ਵਿਆਹ ਦੇ ਵਿੱਚ ਸ਼ਾਮਲ ਹੋਣਾ, ਤੁਸੀਂ ਵੀ ਪ੍ਰਭੂ ਦੇ ਮਿਲਾਪ ਦੇ ਵਿੱਚ ਸਹਾਈ ਹੋਣਾ। ਸਦੜੇ ਨਿਤ ਪਵਨ, ਤੇ ਨਾਲ ਇਸ ਗੱਲ ਦੇ ਸੱਦੇ ਵੀ ਪੈਂਦੇ ਨੇ ਭਾਈ ਤੁਸੀਂ ਜ਼ਰੂਰ ਆਉਣਾ ਹੈ। ਜਿਵੇਂ ਆਪਾਂ ਵਿਆਹ ਦੀਆਂ ਚਿੱਠੀਆਂ ਭੇਜਦੇ ਹਾਂ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਦੋਂ ਪਰਮੇਸ਼ਰ ਪਤੀ ਨਾਲ ਵਿਆਹ ਹੁੰਦਾ ਹੈ ਤਾਂ ਉਸ ਵੇਲੇ ਗੁਰਮੁਖਾਂ ਦੇ ਘਰ ਘਰ ਦੇ ਵਿੱਚ ਇਹ ਸੱਦਾ ਪਹੁੰਚਦਾ ਹੈ, ਨਿਉਂਦਾ ਪਹੁੰਚਦਾ ਹੈ ਵੀ ਫਲਾਣੇ ਦਿਨ ਭੋਗ ਪੈਣਾ, ਉਸ ਦਿਨ ਪ੍ਰਸ਼ਾਦਾ ਹੈ, ਪਾਰਟੀ ਹੈ, ਤੇ ਫਿਰ ਆਨੰਦ ਕਾਰਜ ਹੋਣਗੇ। ਸਦੜੇ ਨਿਤ ਪਵਨ, ਇਸ ਗੱਲ ਦੇ ਸੱਦੇ ਰੋਜ਼ ਰੋਜ਼ ਪੈਂਦੇ ਹਨ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸੇ ਦੇਹ ਆਵਨ, ਵੀ ਉਹ ਦਿਨ ਆਵਨ ਇੱਕ ਦਿਨ ਆਉਣੇ ਹੀ ਆਉਣੇ ਨੇ। ਜਦੋਂ ਵਿਆਹ ਦਾ ਦਿਨ ਇੱਕ ਵਾਰੀ ਰੱਖਿਆ ਜਾਵੇ ਤੇ ਫਿਰ ਉਹ ਦਿਨ ਆਉਂਦਾ ਹੀ ਆਉਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਦਿਨ ਆਉਣ ਵਾਲੇ ਹੀ ਹਨ। ਇਸ ਲਈ ਉਸ ਤੋਂ ਪਹਿਲਾਂ ਜਿਹੜਾ ਸੱਦਾ ਭੇਜਣ ਵਾਲਾ ਹੈ ਉਹਨੂੰ ਚੇਤੇ ਕਰਨਾ ਚਾਹੀਦਾ। ਸੱਦਾ ਭੇਜਣ ਵਾਲਾ ਕੌਣ ਹੁੰਦਾ ਹੈ? ਜਿਸ ਬੀਬੀ ਦੇ ਘਰ ਦੇ ਵਿੱਚ ਜਿਸ ਸ਼ਖਸ ਨੇ ਵਾਰ ਹੋ ਕੇ ਲਾੜਾ ਬਣ ਕੇ ਢੁਕਣਾ ਹੋਵੇ ਉਹਦੇ ਵੱਲੋਂ ਸੁਨੇਹਾ ਆਉਂਦਾ ਹੁੰਦਾ। ਇੱਧਰ ਹੁਣ ਪਰਮੇਸ਼ਰ ਆਪ ਹੀ ਵਰ ਹੈ, ਉਹੀ ਪਤੀ ਹੈ, ਉਹਦੇ ਵੱਲੋਂ ਇਹ ਸਾਨੂੰ ਸੱਦੇ ਆਉਂਦੇ ਨੇ। ਸੱਦਣ ਹਾਰਾ ਸਿਮਰੀਏ। ਹਜ਼ੂਰ ਕਹਿੰਦੇ ਨੇ ਉਹ ਸੱਦਾ ਭੇਜਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ। ਨਾਨਕ ਸੇ ਦੇਹ ਆਵਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਦਿਨ ਤਾਂ ਇੱਕ ਦਿਨ ਆਉਣੇ ਹੀ ਆਉਣੇ ਹਨ, ਪਰ ਉਸ ਤੋਂ ਪਹਿਲਾਂ ਸੱਦਾ ਭੇਜਣ ਵਾਲੇ ਨੂੰ ਯਾਦ ਕਰਨਾ ਚਾਹੀਦਾ। ਇਹਦਾ ਮਤਲਬ ਇਹ ਹੋਇਆ ਜਦੋਂ ਕਿਸੇ ਬੀਬੀ ਦਾ ਵਿਆਹ ਹੋਣਾ ਹੋਵੇ ਉਹਨੂੰ ਇਹ ਸਤਿਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਵੀ ਵਿਆਹ ਦਾ ਦਿਨ ਇੱਕ ਨਾ ਇੱਕ ਦਿਨ ਆਉਣਾ ਹੀ ਆਉਣਾ ਹੈ, ਪਰ ਉਸ ਤੋਂ ਪਹਿਲਾਂ ਬੀਬੀ ਨੂੰ ਆਪਣੇ ਹੋਣ ਵਾਲੇ ਪਤੀ ਨੂੰ ਚੇਤੇ ਕਰਨਾ ਚਾਹੀਦਾ ਹੈ, ਉਹਦੇ ਨਾਲ ਪ੍ਰੇਮ ਅਤੇ ਉਹਦੇ ਨਾਲ ਅੰਦਰੋਂ ਪਿਆਰ ਵਧਾਉਣਾ ਚਾਹੀਦਾ ਹੈ, ਤਾਂ ਕਿ ਜਦੋਂ ਉਹ ਘਰ ਆਵੇ ਉਹਨੂੰ ਇਹ ਘਰ ਆਪਣਾ ਹੀ ਮਹਿਸੂਸ ਹੋਵੇ, ਉਹਨੂੰ ਇੱਥੇ ਕੋਈ ਬੇਗਾਨਾ ਨਾ ਦਿਸੇ। ਇਸ ਢੰਗ ਦੇ ਨਾਲ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਲਈ ਜਦੋਂ ਪਰਮੇਸ਼ਰ ਪਤੀ ਸਾਡੇ ਘਰ ਆ ਕੇ ਢੁਕੇ ਤਾਂ ਹਜ਼ੂਰ ਕਹਿੰਦੇ ਪਹਿਲਾਂ ਉਸ ਦੇ ਨਾਲ ਜਾਣ ਪਛਾਣ ਹੋਣੀ ਚਾਹੀਦੀ ਹੈ। ਉਹ ਜਾਣ ਪਛਾਣ ਕਿਵੇਂ ਹੋਵੇਗੀ? ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਖੁਸ਼ੀਆਂ ਦੇ ਗੀਤ ਗਾਵਾਂਗੇ, ਇਹਦੇ ਨਾਲ ਉਹਦੇ ਨਾਲ ਜਾਣ ਪਛਾਣ ਹੋਵੇਗੀ। ਤੇ ਫਿਰ ਉਹ ਜਦੋਂ ਪਰਮੇਸ਼ਰ ਪਤੀ ਸਾਡੇ ਘਰ ਦੇ ਵਿੱਚ ਆ ਜਾਵੇਗਾ ਤੇ ਸਾਡੇ ਘਰ ਦੇ ਵਿੱਚ ਰੌਣਕਾਂ ਲੱਗ ਜਾਣਗੀਆਂ, ਖੁਸ਼ੀਆਂ ਤੇ ਖੇੜੇ ਪੈਦਾ ਹੋ ਜਾਣਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਉਹ ਦਿਨ ਤਾਂ ਇੱਕ ਨਾ ਇੱਕ ਦਿਨ ਆਉਣੇ ਹੀ ਆਉਣੇ ਨੇ। ਇਸ ਲਈ ਸਾਨੂੰ ਸੱਦਾ ਭੇਜਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਚੇਤੇ ਕਰਨਾ ਚਾਹੀਦਾ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਹੁਣ ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਗੌੜੀ ਰਾਗ ਦੇ ਆਰੰਭ ਦੇ ਵਿੱਚ 20 ਸ਼ਬਦ
ਉਚਾਰਨ ਕੀਤੇ ਸਨ ਉਹ ਪਿੱਛੇ ਸੰਪੂਰਨ ਹੋਏ ਹਨ। ਹੁਣ ਅੱਗੇ ਰਾਗ ਗੌੜੀ ਗੁਆਰੇਰੀ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਨੇ। ਚੌਪਦੇ 4-4 ਪਦਿਆਂ ਵਾਲੇ 4-4 ਅੰਕਾਂ ਵਾਲੇ ਇਹ ਸ਼ਬਦ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜ਼ੂਰ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਹੁਣ ਜਿਹੜਾ ਗੁਰ ਪ੍ਰਸਾਦ ਸ਼ਬਦ ਹੈ ਇਹ ਇੱਕ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ ਵੀ ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਪਹਿਲੇ ਸ਼ਬਦ ਦੇ ਅੰਦਰ ਸਤਿਗੁਰੂ ਦੇ ਮਿਲਾਪ ਦੀ ਹੀ ਗਾਥਾ ਵਰਣਨ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਸਤਿਗੁਰ ਕੈ ਭੈ ਪਰਮ ਪਾਉ ਜਾਏ, ਭੈ ਰਾਚੈ ਸੱਚ ਰੰਗ ਸਮਾਏ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਤੀਜੇ ਗੁਰਦੇਵ ਜੀ ਫਰਮਾਉਂਦੇ ਨੇ, ਸਤਿਗੁਰ ਕੈ ਭੈ, ਇੱਥੇ ਈੜੀ ਨੂੰ ਸਿਹਾਰੀ ਦੇ ਨਾਲ ਭੈ ਸ਼ਬਦ ਲਿਖਿਆ ਹੈ, ਅਰਥ ਇਹਦਾ ਭੈ ਹੈ। ਸਤਿਗੁਰ ਕੈ ਭੈ, ਬਈ ਸਤਿਗੁਰੂ ਦੇ ਭੈ ਦੇ ਵਿੱਚ ਆਉਣ ਕਰਕੇ ਭਰਮ ਪਾਉ ਜਾਏ, ਹਰ ਕਿਸਮ ਦਾ ਭਰਮ ਤੇ ਪਾਉ ਡਰ ਦੂਰ ਹੋ ਜਾਂਦਾ ਹੈ। ਜਦੋਂ ਸਤਿਗੁਰੂ ਦਾ ਨਿਰਮਲ ਭੈ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਵੇ, ਫਿਰ 5 ਪ੍ਰਕਾਰ ਦਾ ਭਰਮ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰੇ, 5 ਪ੍ਰਕਾਰ ਦਾ ਭਰਮ ਮੰਨਿਆ। ਤੇ ਭਾਉ ਜਿਹੜਾ 7 ਪ੍ਰਕਾਰ ਦਾ ਲਿਖਿਆ ਹੈ, ਇਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਤ। ਇਹ 5 ਪ੍ਰਕਾਰ ਦਾ ਭਰਮ ਤੇ 7 ਪ੍ਰਕਾਰ ਦਾ ਭੈ ਉਸ ਦਾ ਦੂਰ ਹੋ ਜਾਂਦਾ ਹੈ। ਭੈ ਰਾਚੈ ਸੱਚ ਰੰਗ ਸਮਾਏ, ਜਿਹੜਾ ਗੁਰੂ ਦੇ ਭੈ ਦੇ ਵਿੱਚ ਰਾਚੈ ਦਾ ਅਰਥ ਰਚ ਜਾਂਦਾ ਹੈ, ਸੱਚ ਰੰਗ ਸਮਾਏ, ਉਹ ਵਾਹਿਗੁਰੂ ਦੇ ਸੱਚੇ ਰੰਗ ਪ੍ਰੇਮ ਦੇ ਵਿੱਚ ਵੀ ਸਮਾ ਜਾਂਦਾ ਹੈ। ਜਿਹੜਾ ਨਿਰਮਲ ਭੈ ਹੈ ਉਹ ਸਾਨੂੰ ਅੱਗੇ ਪ੍ਰੇਮ ਦੇ ਰੰਗ ਵਿੱਚ ਰੰਗ ਦਿੰਦਾ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਮਿਲਿਆ ਹਰ ਮੇਲਾ ਹੋਈ। ਗੁਰਮੁਖੋ ਗੁਰ ਮਿਲਿਆ, ਗੁਰੂ ਦੇ ਨਾਲ ਮਿਲਣ ਕਰਕੇ ਹੀ ਹਰ ਮੇਲਾ ਹੋਈ, ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ। ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਾਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਨੇ ਗੁਰੂ ਦੇ ਨਾਲ ਮਿਲਣ ਕਰਕੇ ਹੀ ਹਰ ਮੇਲਾ ਹੋਈ, ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਆਪੇ ਮੇਲ ਮਿਲਾਵੈ ਸੋਈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਗੁਰੂ ਦੇ ਮੇਲ ਵਿੱਚ ਮਿਲਾਉਂਦਾ ਹੈ। ਜਿਨ੍ਹਾਂ ਉੱਤੇ ਪਰਮੇਸ਼ਰ ਦੀ ਸਮਾਨ ਕਿਰਪਾ ਹੁੰਦੀ ਹੈ ਉਹਨਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ। ਤੇ ਜਦੋਂ ਪੂਰੇ ਗੁਰੂ ਦੀ ਮਹਾਨ ਕਿਰਪਾ ਹੁੰਦੀ ਹੈ ਤੇ ਅਕਾਲ ਪੁਰਖ ਦੇ ਨਾਲ ਮਿਲਾਪ ਹੋ ਜਾਂਦਾ ਹੈ। ਇਉਂ ਪਰਮੇਸ਼ਰ ਤੇ ਗੁਰੂ ਦੀ ਸਾਂਝੀ ਕਿਰਪਾ ਦੇ ਨਾਲ ਹੀ ਜੀਵਨ ਦਾ ਮਸਲਾ ਹੱਲ ਹੁੰਦਾ ਹੈ। ਕਿਉਂਕਿ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਪੂਰੇ ਗੁਰੂ ਦਾ ਮਿਲਾਪ ਵੀ ਅਸੰਭਵ ਹੈ। ਕਿਉਂਕਿ ਬਹੁਤ ਸਾਰੀ ਦੁਨੀਆ ਦੇਹਧਾਰੀ ਦੰਭੀ ਪਖੰਡੀ ਗੁਰੂਆਂ ਪਿੱਛੇ ਲੱਗੀ ਫਿਰਦੀ ਹੈ, ਪਰ ਸੱਚੇ ਸਤਿਗੁਰੂ ਗੁਰੂ ਮਾਨਿਓ ਗ੍ਰੰਥ ਇਹਨਾਂ ਦੀ ਸ਼ਰਨ ਦੇ ਵਿੱਚ ਕੋਈ ਵਿਰਲਾ ਹੀ ਆਉਂਦਾ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋਵੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਗੁਰੂ ਦੇ ਨਾਲ ਮਿਲਣ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤੇ ਗੁਰੂ ਦੇ ਮਿਲਾਪ ਦੇ ਵਿੱਚ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਮਿਲਾਉਂਦਾ ਹੈ।